ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਤੀਜੀ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਆਓ ਸ਼ੁਰੂ ਕਰਦੇ ਹਾਂ ਉਹਦਾ 20ਵਾਂ ਪਾਠ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ। ਇੱਥੇ ਲਿਖਿਆ ਹੈ, ਮਾਤਾ ਜੀ ਟੈਲੀਵਿਜ਼ਨ ਦੇਖ ਰਹੇ ਸਨ। ਉਸ ਉੱਤੇ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਆ ਰਿਹਾ ਸੀ। ਹਰਮਨ ਨੇ ਕੋਲ ਬੈਠਦਿਆਂ ਪੁੱਛਿਆ, ਮਾਤਾ ਜੀ ਅਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਕਦੋਂ ਜਾਣਾ ਹੈ? ਤਾਂ ਹੋਇਆ ਕਿ ਮਾਤਾ ਜੀ ਬੈਠ ਕੇ ਟੈਲੀਵਿਜ਼ਨ ਦੇਖ ਰਹੇ ਸਨ ਤੇ ਇੰਨੀ ਦੇਰ ਨੂੰ ਹਰਮਨ ਉਹਨਾਂ ਕੋਲ ਆ ਕੇ ਬੈਠ ਗਿਆ ਤੇ ਉਹਨਾਂ ਨੇ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਅਸੀਂ ਕਦੋਂ ਜਾਵਾਂਗੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ? ਦਰਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਪਵਿੱਤਰ ਚੀਜ਼ ਜਾਂ ਥਾਂ ਦੇ ਦੇਖਣਾ। ਅੱਗੇ ਕੀ ਹੁੰਦਾ ਹੈ, ਮਾਤਾ ਜੀ ਕੀ ਜਵਾਬ ਦਿੰਦੇ ਨੇ? ਮਾਤਾ ਜੀ ਨੇ ਪਿਆਰ ਨਾਲ ਕਿਹਾ, ਹਾਂ ਪੁੱਤਰ ਆਪਾਂ ਵੀ ਛੇਤੀ ਹੀ ਦਰਸ਼ਨ ਕਰਨ ਜਾਵਾਂਗੇ। ਉੱਥੇ ਯਾਤਰੀਆਂ ਦੇ ਠਹਿਰਨ ਲਈ ਸਰਾਵਾਂ ਬਣੀਆਂ ਹੋਈਆਂ ਹਨ। ਸ਼ਾਮ ਨੂੰ ਜਦੋਂ ਤੇਰੇ ਪਿਤਾ ਜੀ ਆਉਣਗੇ ਤਾਂ ਆਪਾਂ ਉਹਨਾਂ ਨਾਲ ਸਲਾਹ ਕਰ ਲਵਾਂਗੇ। ਤਾਂ ਹੋਇਆ ਕਿ ਮਾਤਾ ਜੀ ਨੇ ਜਵਾਬ ਦਿੱਤਾ ਵੀ ਕੋਈ ਗੱਲ ਨਹੀਂ ਪੁੱਤ, ਆਪਾਂ ਜ਼ਰੂਰ ਚੱਲਾਂਗੇ, ਛੇਤੀ ਚੱਲਾਂਗੇ। ਤੇ ਉੱਥੇ ਯਾਤਰੀਆਂ ਯਾਨੀ ਕਿ ਜੋ ਸਫ਼ਰ ਕਰ ਰਹੇ ਹੁੰਦੇ ਨੇ ਉਹਨਾਂ ਦੇ ਰੁਕਣ ਲਈ ਸਰਾਵਾਂ ਬਣੀਆਂ ਹੋਈਆਂ ਨੇ। ਸਰਾਵਾਂ ਉੱਥਾਂ ਹੁੰਦੀਆਂ ਜਿੱਥੇ ਮੁਸਾਫਰ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਵੀ ਜਦ ਤੇਰੇ ਪਿਤਾ ਜੀ ਆਣਗੇ ਤੇ ਉਹਨਾਂ ਨਾਲ ਆਪਾਂ ਵਿਚਾਰ ਕਰ ਲਾਂਗੇ ਵੀ ਕਦੋਂ ਜਾਣਾ। ਪਿਤਾ ਜੀ ਨੇ ਮਾਤਾ ਜੀ ਦੀ ਹਾਂ ਵਿੱਚ ਹਾਂ ਮਿਲਾਈ। ਅਸੀਂ ਸ਼੍ਰੀ ਅੰਮ੍ਰਿਤਸਰ ਜਾਣ ਦੀ ਤਿਆਰੀ ਕਰ ਲਈ। ਅਗਲੇ ਦਿਨ ਅਸੀਂ ਬੱਸ ਰਾਹੀਂ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ ਤੇ ਪਿਤਾ ਜੀ ਜਦ ਆਏ ਉਹਨਾਂ ਨੇ ਮਾਤਾ ਜੀ ਦੀ ਹਾਂ ਵਿੱਚ ਹਾਂ ਮਿਲਾਈ ਤੇ ਅਸੀਂ ਸਭ ਤਿਆਰ ਹੋ ਗਏ ਅੰਮ੍ਰਿਤਸਰ ਜਾਣ ਲਈ। ਤੇ ਅਗਲੇ ਦਿਨ ਅਸੀਂ ਬੱਸ ਵਿੱਚ ਬੈਠੇ ਤੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਬੱਸ ਅੱਡੇ ਤੋਂ ਰਿਕਸ਼ਾ ਲੈ ਕੇ ਅਸੀਂ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ। ਅਸੀਂ ਉੱਥੇ ਰਾਮਦਾਸ ਸਰਾ ਵਿੱਚ ਕਮਰਾ ਲੈ ਲਿਆ। ਸਮਾਨ ਕਮਰੇ ਵਿੱਚ ਰੱਖ ਕੇ ਅਸੀਂ ਪਰਿਕਰਮਾ ਵਿੱਚ ਪਹੁੰਚ ਗਏ। ਸ਼੍ਰੀ ਹਰਮੰਦਰ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਵੀ ਕਹਿੰਦੇ ਹਨ। ਸ਼੍ਰੀ ਹਰਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ। ਸਰੋਵਰ ਦੇ ਪਾਣੀ ਵਿੱਚ ਸ਼੍ਰੀ ਹਰਮੰਦਰ ਸਾਹਿਬ ਦਾ ਪਰਛਾਵਾਂ ਛਿਲਮਿਲ ਕਰ ਰਿਹਾ ਸੀ। ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਮੇਰੇ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਨਿਕਲੇ, ਧੰਨ ਗੁਰੂ ਰਾਮਦਾਸ ਜੀ। ਤਾਂ ਹੋਇਆ ਕਿ ਉਹ ਜਦ ਬੱਸ ਅੱਡੇ ਤੇ ਪਹੁੰਚੇ ਉਸ ਤੋਂ ਬਾਅਦ ਉਹ ਰਿਕਸ਼ਾ ਕਰਕੇ ਆਪਣੇ ਸਰਾ ਪਹੁੰਚ ਗਏ। ਰਾਮਦਾਸ ਸਰਾ ਉੱਥੇ ਉਹ ਰੁਕੇ ਸੀ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਆਪਣਾ ਸਮਾਨ ਰੱਖਿਆ ਤੇ ਉਹ ਪਰਿਕਰਮਾ ਕਰਨ ਨਿਕਲ ਗਏ। ਪਰਿਕਰਮਾ ਨੂੰ ਇੰਜ ਕਹਿੰਦੇ ਆ ਬੇਟਾ, ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੁਆਲੇ ਯਾਤਰੀਆਂ ਦੇ ਪੈਦਲ ਘੁੰਮਣ ਲਈ ਜੋ ਥਾਂ ਬਣੀ ਹੋਈ ਹੈ, ਰਸਤਾ ਬਣਿਆ ਹੋਇਆ ਹੈ, ਉਹ ਉੱਥੇ ਘੁੰਮ ਰਹੇ ਸੀ। ਤੇ ਜਦ ਉਹਨਾਂ ਨੇ ਦੇਖਿਆ ਵੀ ਸ਼੍ਰੀ ਹਰਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਤੇ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਉਹਦਾ ਪਰਛਾਵਾਂ ਜਦ ਪਾਣੀ ਵਿੱਚ ਪੈਂਦਾ ਸੀ ਉਹ ਝਿਲਮਿਲ ਕਰ ਰਿਹਾ ਸੀ ਤੇ ਦਰਸ਼ਨ ਕਰਕੇ ਮਾਤਾ ਜੀ ਦੇ ਮੂੰਹੋਂ ਨਿਕਲਿਆ, ਧੰਨ ਗੁਰੂ ਰਾਮਦਾਸ ਜੀ। ਅੱਗੇ ਕੀ ਹੁੰਦਾ ਹੈ? ਮਾਤਾ ਜੀ ਇਹ ਤੁਸੀਂ ਕੀ ਕਿਹਾ? ਮਾਤਾ ਜੀ ਦੱਸਣ ਲੱਗੇ, ਪੁੱਤਰ ਇਹ ਨਗਰ ਚੌਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਇਸ ਨੂੰ ਚੱਕ ਗੁਰੂ ਰਾਮਦਾਸ ਵੀ ਕਹਿੰਦੇ ਸਨ। ਫਿਰ ਪਿਤਾ ਜੀ ਦੱਸਣ ਲੱਗੇ ਕਿ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ। ਇਸ ਉੱਤੇ ਸੁਨਹਿਰੀ ਪੱਤਰੇ ਚੜੇ ਹੋਏ ਹਨ, ਇਸ ਕਰਕੇ ਇਸ ਨੂੰ ਗੋਲਡਨ ਟੈਂਪਲ ਵੀ ਕਹਿੰਦੇ ਹਨ। ਇਸ ਉੱਤੇ ਸੋਨਾ ਚੜਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ।
ਇੱਥੇ 1604 ਈਸਵੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ। ਸ਼੍ਰੀ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਚਾਰੇ ਦਿਸ਼ਾ ਵੱਲ ਖੁੱਲਦੇ ਹਨ। ਇਸ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਲਈ ਹੈ। ਤੇ ਫਿਰ ਮਾਤਾ ਜੀ ਨੇ ਦੱਸਿਆ, ਜਦ ਪੁੱਤ ਨੇ ਪੁੱਛਿਆ ਵੀ ਤੁਸੀਂ ਆ ਕੀ ਕਿਹਾ ਧੰਨ ਗੁਰੂ ਰਾਮਦਾਸ ਜੀ, ਤੇ ਮਾਤਾ ਜੀ ਨੇ ਦੱਸਿਆ ਵੀ ਪੁੱਤ ਇਹ ਨਗਰ ਜੋ ਅੰਮ੍ਰਿਤਸਰ ਹੈਗਾ ਹੈ ਇਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤੇ ਇਸ ਨੂੰ ਜਗ ਗੁਰੂ ਰਾਮਦਾਸ ਵੀ ਕਹਿੰਦੇ ਹਨ, ਗੁਰੂ ਰਾਮਦਾਸ ਦਾ ਨਗਰ ਵੀ ਕਹਿੰਦੇ ਹਨ। ਤੇ ਫਿਰ ਪਿਤਾ ਜੀ ਨੇ ਦੱਸਿਆ ਵੀ ਪੁੱਤ ਇਹ ਜਿਹੜਾ ਹਰਮੰਦਰ ਸਾਹਿਬ ਹੈ ਇਹ ਸ਼੍ਰੀ ਹਰਮੰਦਰ ਸਾਹਿਬ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਇਆ ਸੀ ਇਹਦੀ ਨੀਂਹ, ਤੇ ਇਹਦੇ ਉੱਤੇ ਸੁਨਹਿਰੀ ਪਰਤ ਵੀ ਚੜੀ ਹੋਈ ਹੈ ਸੋਨੇ ਦੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੜਵਾਈ ਸੀ। ਤੇ ਨਾਲ ਦੀ ਨਾਲ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਗਿਆ ਸੀ 1604 ਈਸਵੀ ਵਿੱਚ, ਤੇ ਪਹਿਲੇ ਗ੍ਰੰਥੀ ਸੀ ਬਾਬਾ ਬੁੱਢਾ ਜੀ। ਤੇ ਇਹਦੇ 4 ਦਰਵਾਜ਼ੇ ਨੇ ਜੋ ਚਾਰੇ ਦਿਸ਼ਾ ਵਿੱਚ ਖੁੱਲਦੇ ਨੇ। ਕਹਿਣ ਦਾ ਭਾਵ ਵੀ ਸਾਰਿਆਂ ਲਈ ਖੁੱਲੇ ਹੈਗੇ ਦਰਬਾਰ ਸਾਹਿਬ ਦੇ ਦਰਵਾਜ਼ੇ। ਠੀਕ ਹੈ, ਕੋਈ ਭੇਦਭਾਵ ਨਹੀਂ ਰੱਖਿਆ ਜਾਂਦਾ ਇੱਥੇ। ਅੱਗੇ ਅਸੀਂ ਦੁੱਖ ਭੰਜਨੀ ਬੇਰੀ ਵੀ ਦੇਖੀ। ਫਿਰ ਅਸੀਂ ਸਰੋਵਰ ਵਿੱਚ ਇਸ਼ਨਾਨ ਕੀਤਾ। ਪਰਿਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ। ਇੱਕ ਨੁੱਕਰ ਵਿੱਚ ਠੰਡੇ ਜਲ ਦੀ ਛਬੀਲ ਤੋਂ ਅਸੀਂ ਜਲ ਛਕਿਆ। ਅੱਗੇ ਜਲ ਕੇ ਮਾਤਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਕਰਵਾਈ। ਤੇ ਫਿਰ ਅਸੀਂ ਦੁੱਖ ਭੰਜਨੀ ਬੇਰੀ ਦੇ ਵੀ ਦਰਸ਼ਨ ਕੀਤੇ। ਕਿਹਾ ਜਾਂਦਾ ਜੋ ਇੱਥੇ ਆਂਦਾ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਤੇ ਪਰਿਕਰਮਾ ਕਰਦੇ ਕਰਦੇ ਅਸੀਂ ਦੇਖਿਆ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਵੀ ਬੁੱਤ ਬਣਿਆ ਹੋਇਆ, ਤੇ ਇੱਕ ਨੁੱਕਰ ਵਿੱਚ ਇੱਕ ਕੋਨੇ ਵਿੱਚ ਠੰਡੀ ਠੰਡੀ ਛਬੀਲ ਵਰਤਾਈ ਜਾ ਰਹੀ ਸੀ। ਅਸੀਂ ਉਹ ਵੀ ਪੀਤੀ। ਤੇ ਅੱਗੇ ਜਾ ਕੇ ਮਾਤਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਕਰਾਈ। ਹੁਣ ਅਸੀਂ ਦਰਸ਼ਨੀ ਦਿਉੜੀ ਪਹੁੰਚ ਗਏ। ਦਰਸ਼ਨੀ ਦਿਉੜੀ ਤੋਂ ਸ਼੍ਰੀ ਹਰਮੰਦਰ ਸਾਹਿਬ ਤੱਕ ਇੱਕ ਲੰਬਾ ਪੁਲ ਬਣਿਆ ਹੋਇਆ ਹੈ। ਸੰਗਤਾਂ ਮੱਥਾ ਟੇਕਣ ਜਾ ਰਹੀਆਂ ਸਨ। ਅਸੀਂ ਵੀ ਅੰਦਰ ਜਾ ਕੇ ਮੱਥਾ ਟੇਕਿਆ। ਕੀਰਤਨ ਹੋ ਰਿਹਾ ਸੀ। ਮਾਤਾ ਜੀ ਨੇ ਦੱਸਿਆ ਕਿ ਇੱਥੇ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ ਹੈ। ਮੇਰਾ ਤਾਂ ਉੱਥੋਂ ਉੱਠਣ ਦਾ ਜੀ ਨਹੀਂ ਸੀ ਕਰ ਰਿਹਾ। ਸ਼੍ਰੀ ਹਰਮੰਦਰ ਸਾਹਿਬ ਦੀਆਂ ਛੱਤਾਂ ਅਤੇ ਉੱਪਰਲਾ ਹਿੱਸਾ ਸੋਨੇ ਨਾਲ ਮੜਿਆ ਹੋਇਆ ਹੈ। ਦੀਵਾਰਾਂ ਵਿੱਚ ਕੀਮਤੀ ਪੱਥਰ ਜੜੇ ਹੋਏ ਹਨ। ਖੂਬਸੂਰਤ ਵੇਲ ਬੂਟੇ ਉਕਰੇ ਹੋਏ ਹਨ। ਹੁਣ ਆਪਾਂ ਦਰਸ਼ਨ ਕਰਨ ਲਈ ਅੰਦਰ ਗਏ ਤਾਂ ਦੇਖਿਆ ਪੁਲ ਬਣਿਆ ਹੋਇਆ ਸੀ ਅੰਦਰ ਤੱਕ ਜਾਣ ਲਈ ਸ਼੍ਰੀ ਹਰਮੰਦਰ ਸਾਹਿਬ ਤੋਂ। ਤੇ ਫਿਰ ਉੱਥੇ ਜਾ ਕੇ ਦੇਖਿਆ ਵੀ ਮੱਥਾ ਟੇਕਿਆ ਤੇ ਦੇਖਿਆ ਮਾਤਾ ਜੀ ਨੇ ਦੱਸਿਆ ਵੀ ਇੱਥੇ ਸਾਰਾ ਦਿਨ ਕੀਰਤਨ ਹੁੰਦਾ। ਛੱਤਾਂ ਵੀ ਉੱਚੀਆਂ ਉੱਚੀਆਂ ਸਜੀਆਂ ਹੋਈਆਂ ਸਨ। ਮਹਿੰਗੇ ਪੱਥਰ ਲੱਗੇ ਹੋਏ ਸਨ ਉੱਥੇ। ਤੇ ਬੱਚਾ ਕਹਿੰਦਾ ਵੀ ਮੇਰਾ ਤਾਂ ਉੱਥੇ ਬਹੁਤ ਚਿੱਤ ਲੱਗ ਗਿਆ, ਜੀ ਨਾ ਕਰੇ ਉੱਥੇ ਉੱਠਣ ਦਾ। ਤੇ ਉੱਪਰਲਾ ਜਿਹੜਾ ਹਿੱਸਾ ਹੈ ਸ਼੍ਰੀ ਹਰਮੰਦਰ ਸਾਹਿਬ ਦਾ ਉੱਥੇ ਵੀ ਸੋਨਾ ਲੱਗਿਆ ਹੋਇਆ, ਮੜਿਆ ਹੋਇਆ ਉਹ ਸੋਨੇ ਦੇ ਨਾਲ। ਤੇ ਜਿਹੜੀਆਂ ਦੀਵਾਰਾਂ ਨੇ ਉਹਨਾਂ ਤੇ ਵੀ ਕੀਮਤੀ ਕੰਮ ਕੀਤਾ ਹੋਇਆ ਪੱਥਰ ਦੇ ਨਾਲ। ਤੇ ਖੂਬਸੂਰਤ ਵੇਲ ਬੂਟੇ ਲੱਗੇ ਹੋਏ ਨੇ। ਉਕਰੇ ਹੋਏ ਦਾ ਮਤਲਬ ਹੁੰਦਾ ਹੈ ਪੱਥਰਾਂ ਨੂੰ ਖੋਦ ਕੇ ਬਣਾਏ ਹੋਏ, ਦੀਵਾਰਾਂ ਤੇ ਜਿਵੇਂ ਚਿਣ ਕੇ ਬਣਾਉਂਦੇ ਨੇ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਪ੍ਰਸ਼ਾਦ ਲੈ ਕੇ ਅਸੀਂ ਵਾਪਸ ਪਰਤੇ ਮਤਲਬ ਵਾਪਸ ਆ ਗਏ। ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਹੁੰਦੇ ਹਨ। ਪਿਤਾ ਜੀ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਇੱਥੇ ਦ੍ਰਿਸ਼ ਦੇਖਣ ਵਾਲਾ ਹੁੰਦਾ ਹੈ। ਇਸੇ ਲਈ ਆਖਿਆ ਜਾਂਦਾ ਹੈ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਤੇ ਫਿਰ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਦੇ ਵੀ ਦਰਸ਼ਨ ਕੀਤੇ। ਤੇ ਫਿਰ ਪਿਤਾ ਜੀ ਨੇ ਦੱਸਿਆ ਵੀ ਇੱਥੇ ਦੀ ਤਾਂ ਦੀਵਾਲੀ ਦੇਖਣ ਯੋਗ ਹੁੰਦੀ ਹੈ। ਬਹੁਤ ਵਧੀਆ ਦ੍ਰਿਸ਼ ਹੁੰਦਾ ਹੈ। ਦ੍ਰਿਸ਼ ਯਾਨੀ ਕਿ ਨਜ਼ਾਰਾ ਹੁੰਦਾ ਹੈ, ਦੇਖਣ ਵਾਲਾ ਹੁੰਦਾ ਹੈ।
ਤਦੀ ਲੋਕ ਕਹਿੰਦੇ ਨੇ ਵੀ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਅਸੀਂ ਉੱਥੋਂ ਦਾ ਸਿੱਖ ਅਜਾਇਬ ਘਰ ਵੀ ਦੇਖਿਆ। ਫਿਰ ਅਸੀਂ ਲੰਗਰ ਹਾਲ ਵੱਲ ਚਲੇ ਗਏ। ਅਜਾਇਬ ਘਰ ਹੁੰਦਾ ਬੱਚਿਓ ਉਹ ਥਾਂ ਜਿੱਥੇ ਪੁਰਾਤਨ ਲੋਕਾਂ ਦੇ ਇਤਿਹਾਸ ਨਾਲ ਸੰਬੰਧਿਤ ਸਮਾਨ ਰੱਖਿਆ ਹੁੰਦਾ, ਚੀਜ਼ਾਂ ਰੱਖੀਆਂ ਹੁੰਦੀਆਂ, ਤਸਵੀਰਾਂ ਸਾਂਭ ਕੇ ਰੱਖੀਆਂ ਹੁੰਦੀਆਂ। ਮਿਊਜ਼ੀਅਮ ਕਹੀਦਾ ਅੰਗਰੇਜ਼ੀ ਵਿੱਚ ਇਹਨੂੰ। ਤੇ ਲੰਗਰ ਹਾਲ ਵਿੱਚ ਕੀ ਹੋਇਆ, ਉੱਥੇ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਦੇਖੀ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਪੰਗਤ ਯਾਨੀ ਕਿ ਕਤਾਰ ਵਿੱਚ ਬੈਠ ਕੇ, ਪ੍ਰਸ਼ਾਦੇ ਯਾਨੀ ਕਿ ਰੋਟੀਆਂ ਬਣਾਉਣ ਵਾਲੀ ਮਸ਼ੀਨਾਂ ਸੀਗੀਆਂ ਉੱਥੇ। ਅਸੀਂ ਕਾਫੀ ਥੱਕ ਗਏ ਸੀ। ਅਸੀਂ ਆਪਣੇ ਕਮਰੇ ਵਿੱਚ ਵਾਪਸ ਆ ਗਏ। ਪਿਤਾ ਜੀ ਕਹਿਣ ਲੱਗੇ, ਹਰਮਨ ਸਵੇਰੇ ਆਪਾਂ ਬਾਬਾ ਅਟਲ, ਜਲਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਿਰ ਦੇਖਣ ਜਾਵਾਂਗੇ। ਤੇ ਇੱਕ ਦਿਨ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। ਫਿਰ ਪਿਤਾ ਜੀ ਨੇ ਦੱਸਿਆ, ਹੁਣ ਸਵੇਰੇ ਛੇਤੀ ਉੱਠ ਜਾਇਓ, ਆਪਾਂ ਹੋਰ ਥਾਵਾਂ ਵੀ ਜਾਣੀਆਂ ਦੇਖਣ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਪਾਠ ਅਭਿਆਸ ਹੈਗਾ। ਸਭ ਤੋਂ ਪਹਿਲਾਂ ਹੈਗੇ ਨੇ ਸ਼ਬਦ ਅਰਥ। ਦਰਸ਼ਨ ਦਾ ਮਤਲਬ ਹੈ ਜਾ ਕੇ ਵੇਖਣਾ। ਸਰਾਂ ਦਾ ਮਤਲਬ ਹੈਗਾ ਮੁਸਾਫਰਾਂ ਦੇ ਰਹਿਣ ਲਈ ਥਾਂ। ਨਗਰ ਯਾਨੀ ਕਿ ਸ਼ਹਿਰ। ਸਰੋਵਰ ਤਲਾਬ। ਪਰਿਕਰਮਾ ਚਾਰੇ ਪਾਸੇ ਘੁੰਮਣ ਦਾ ਰਸਤਾ। ਨੁੱਕਰ ਯਾਨੀ ਕਿ ਕੋਨਾ। ਛਬੀਲ ਮੁਫਤ ਪਾਣੀ ਪਿਲਾਉਣ ਵਾਲੀ ਥਾਂ। ਪ੍ਰਸ਼ਾਦੇ ਰੋਟੀਆਂ ਯਾਦਗਾਰ ਯਾਦ ਵਿੱਚ ਬਣੀ ਹੋਈ ਥਾਂ। ਅਜਾਇਬ ਘਰ ਪੁਰਾਣੀਆਂ ਇਤਿਹਾਸਿਕ ਚੀਜ਼ਾਂ ਨੂੰ ਰੱਖਣ ਦੀ ਥਾਂ। ਦੂਜਾ ਪ੍ਰਸ਼ਨ ਮੌਖਿਕ ਪ੍ਰਸ਼ਨ। ਪਹਿਲਾ, ਸ਼੍ਰੀ ਹਰਮੰਦਰ ਸਾਹਿਬ ਦਾ ਰੰਗ ਕਿਹੋ ਜਿਹਾ ਹੈ? ਉਹਦਾ ਰੰਗ ਹੈਗਾ ਸੁਨਹਿਰੀ ਹੈ। ਦੂਜਾ, ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ਸੀ? ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਰੱਖੀ ਸੀ। ਤੀਜਾ, ਪੰਗਤ ਵਿੱਚ ਬੈਠ ਕੇ ਉਹਨਾਂ ਨੇ ਕੀ ਛਕਿਆ? ਪੰਗਤ ਵਿੱਚ ਬੈਠ ਕੇ ਉਹਨਾਂ ਨੇ ਲੰਗਰ ਛਕਿਆ। ਪੰਗਤ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਤਾਰ। ਤੀਜਾ ਪ੍ਰਸ਼ਨ, ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ। ਪਹਿਲਾ, ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਕਿਹੜੇ ਗੁਰੂ ਸਾਹਿਬ ਜੀ ਨੇ ਵਸਾਇਆ ਸੀ? ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਜਾਂ ਗੁਰੂ ਰਾਮਦਾਸ ਜੀ ਨੇ? ਸ਼੍ਰੀ ਗੁਰੂ ਰਾਮਦਾਸ ਜੀ ਨੇ। ਦੂਜਾ, ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਿੰਨੇ ਦਰਵਾਜ਼ੇ ਹਨ? 2, 3 ਜਾਂ 4? 4। ਤੀਜਾ, ਸ਼੍ਰੀ ਹਰਮੰਦਰ ਸਾਹਿਬ ਜੀ ਉੱਤੇ ਸੋਨਾ ਚੜਾਉਣ ਦਾ ਕੰਮ ਕਿਸ ਨੇ ਕਰਵਾਇਆ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਸ਼੍ਰੀ ਗੁਰੂ ਰਾਮਦਾਸ ਜੀ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਨੇ? ਮਹਾਰਾਜਾ ਰਣਜੀਤ ਸਿੰਘ ਜੀ ਨੇ। ਚੌਥਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਵਾਰ ਕਦੋਂ ਕੀਤਾ ਗਿਆ? 1469 ਈਸਵੀ, 1664 ਈਸਵੀ ਵਿੱਚ ਜਾਂ ਫਿਰ 1604 ਈਸਵੀ ਵਿੱਚ? 1604 ਵਿੱਚ। ਚੌਥਾ ਪ੍ਰਸ਼ਨ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ, ਸ਼੍ਰੀ ਹਰਮੰਦਰ ਸਾਹਿਬ ਕਿਸ ਸ਼ਹਿਰ ਵਿੱਚ ਹੈ? ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੈ।
ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ। ਈੜੀ ਸ਼੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ? ਸ਼੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ। ਸੱਸਾ ਸ਼੍ਰੀ ਹਰਮੰਦਰ ਸਾਹਿਬ ਦੇ 4 ਦਰਵਾਜ਼ਿਆਂ ਦਾ ਕੀ ਅਰਥ ਹੈ? ਸ਼੍ਰੀ ਹਰਮੰਦਰ ਸਾਹਿਬ ਦੇ 4 ਦਰਵਾਜ਼ਿਆਂ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਲਈ ਖੁੱਲਾ ਹੈ ਤੇ ਇਹ ਸਥਾਨ ਸਾਰਿਆਂ ਦਾ ਸਾਂਝਾ ਹੈ। ਠੀਕ ਹੈ, ਇੱਥੇ ਲਿਖ ਦਿੰਦੇ ਆ ਸ਼੍ਰੀ ਚਾਰ ਦਰਵਾਜ਼ਿਆਂ ਦਾ ਅਰਥ ਹੈ ਕਿ ਇਹ ਜਾਂ ਤਾਂ ਤੁਸੀਂ ਲਿਖ ਸਕਦੇ ਹੋ ਸਥਾਨ ਸਾਰਿਆਂ ਲਈ ਹੈ, ਜਾਂ ਤੁਸੀਂ ਆ ਵੀ ਲਿਖ ਸਕਦੇ ਹੋ ਇਹ ਸਥਾਨ ਇਹਦੀ ਥਾਂ ਤੇ ਸਾਰਿਆਂ ਦਾ ਸਾਂਝਾ ਹੈ। ਕੋਈ ਵੈਰ ਨਹੀਂ ਕਿਸੇ ਨਾਲ, ਸਾਰਿਆਂ ਦਾ ਸਵਾਗਤ ਹੈ। ਪੰਜਵਾਂ ਪ੍ਰਸ਼ਨ ਮਿਲਾਨ ਕਰੋ। ਸਰਾਂ ਜਿਹਦਾ ਮਤਲਬ ਹੈ ਮੁਸਾਫਰਾਂ ਦੇ ਰਹਿਣ ਦੀ ਥਾਂ। ਜਲ ਪਾਣੀ, ਛਬੀਲ ਮੁਫਤ ਪਾਣੀ ਪੀਉਣ ਵਾਲੀ ਥਾਂ, ਪੰਗਤ ਕਤਾਰ, ਖੂਬਸੂਰਤ ਸੋਹਣਾ ਦ੍ਰਿਸ਼ ਨਜ਼ਾਰਾ। ਬੋਲ ਲਿਖਤ। 6ਵਾਂ ਪ੍ਰਸ਼ਨ ਅਧਿਆਪਕ ਪਾਠ ਵਿੱਚੋਂ ਵਾਕਾਂ ਦੀ ਚੋਣ ਕਰਕੇ ਬੋਲੇ ਅਤੇ ਬੱਚਿਆਂ ਨੂੰ ਲਿਖਣ ਲਈ ਕਹੇ। 5 ਵਾਕ ਬੋਲਣਗੇ ਤੁਹਾਡੇ ਅਧਿਆਪਕ ਤੇ ਤੁਸੀਂ ਲਿਖਣੇ ਨੇ। ਆਓ ਆਪਾਂ ਵੀ ਕੁਝ ਲਿਖ ਕੇ ਦੇਖੀਏ। ਜਿਵੇਂ ਮੈਂ ਬੋਲਦੀ ਹਾਂ, ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ, ਇਹ ਲਿਖਦੇ ਹਾਂ। ਦੂਜਾ, ਇਸ ਦਾ ਅਰਥ ਹੈ ਇਹ ਸਥਾਨ ਸਾਰਿਆਂ ਲਈ ਹੈ।
ਅਸੀਂ ਦੁੱਖ ਭੰਜਨੀ ਬੇਰੀ ਵੀ ਦੇਖੀ। ਕੀਰਤਨ ਹੋ ਰਿਹਾ ਸੀ। ਅਸੀਂ ਵੀ ਅੰਦਰ ਜਾ ਕੇ ਮੱਥਾ ਟੇਕਿਆ। ਹੋ ਸਕਦਾ ਤੁਹਾਡੇ ਅਧਿਆਪਕ ਇਸ ਤੋਂ ਇਲਾਵਾ ਕੋਈ ਹੋਰ 5 ਵਾਕ ਤੁਹਾਨੂੰ ਦੇਣ। ਘਬਰਾਇਓ ਨਾ, ਪੜ੍ਹ ਲਿਓ ਇੱਕ ਵਾਰ ਪਾਠ ਨੂੰ, ਤੁਸੀਂ ਜ਼ਰੂਰ ਜਵਾਬ ਦੇ ਸਕੋਗੇ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ ਬੱਚਿਓ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।